ਦਿਲ ਦੀਆਂ ਗੱਲਾਂ ਚੈਨਲ ਤੇ ਜਗਮੋਹਨ ਸਿੰਘ ਪੱਟੀ ਐਡਵੋਕੇਟ ਤੁਹਾਡੇ ਦਰਬਾਰ ਵਿੱਚ ਫੇਰ ਹਾਜ਼ਰ ਹੈ। ਕੁਝ ਗੱਲਾਂ ਲੈ ਕੇ ਐਸੀਆਂ ਜਿਨ੍ਹਾਂ ਨਾਲ ਪੰਜਾਬ ਦਾ ਰਾਖਾ ਕੌਣ, ਰੱਬ ਰਾਖਾ ਪੰਜਾਬ ਦਾ ਜਾਂ ਅੱਲਾ ਬੇਲੀ ਜਾਂ ਵਾਹਿਗੁਰੂ ਰਾਖਾ ਜਾਂ ਕੌਣ ਹੈ ਰਾਖਾ, ਇਹ ਦੇਖਣ ਵਾਲੀ ਗੱਲ ਇੱਕ ਸਾਹਮਣੇ ਉਗੜ ਕੇ ਸਮਝ ਆ ਰਹੀ ਹੈ ਕਿ ਇਹ ਇੱਕ ਜਿਹੜੇ ਸਮੀਕਰਨ ਬਣ ਰਹੇ ਨੇ ਇਹ ਇੱਕ ਖਾਲਿਸਤਾਨ ਵੱਲ ਵੱਧਦਾ ਹੋਇਆ ਕਦਮ ਹੈ ਜਾਂ ਇਹ ਕੀ ਚੀਜ਼ ਹੈ। ਥੋੜ੍ਹਾ ਜਿਹਾ ਇਸ ਗੱਲ ਦੇ ਉੱਤੇ ਵਿਚਾਰ ਕਰ ਲਈ ਜਾਏ ਤਾਂ ਕੋਈ ਇਹਦੇ ਵਿੱਚ ਅਤਕਥਨੀ ਨਹੀਂ। ਜਿਹੜੇ ਸਮੀਕਰਨ ਜਿਹੜੇ ਨੇ ਉੱਤਰਾਖੰਡ ਦੇ ਵਿੱਚ ਹੋਏ ਨੇ ਉਹਦੇ ਵਿੱਚ ਮੁੱਖ ਮੰਤਰੀ ਸਾਹਿਬ ਨੂੰ ਬਦਲ ਦਿੱਤਾ ਗਿਆ ਔਰ ਕਿਹਾ ਜਾ ਰਿਹਾ ਕਿ ਇਸ਼ਾਰਾ ਜਿਹੜਾ ਮਮਤਾ ਬੈਨਰਜੀ ਵੱਲ ਹੈ। ਇਸ਼ਾਰਾ ਮਮਤਾ ਬੈਨਰਜੀ ਵੱਲ ਕਿਉਂ ਹੋ ਸਕਦਾ ਹੈ? ਇਸ਼ਾਰੇ ਕਾਹਦੇ ਲਈ ਕਰਨੇ ਨੇ? ਇਸ਼ਾਰੇ ਦੇਸ਼ ਦੀ ਏਕਤਾ ਤੇ ਅਖੰਡਤਾ ਵੱਲ ਹੋਣੇ ਜ਼ਰੂਰੀ ਨੇ। ਜੇ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਉੱਤੇ ਕੰਮ ਕਰਦੇ ਹਾਂ ਤਾਂ ਮੇਰਾ ਖਿਆਲ ਹੈ ਵੀ ਸਭ ਤੋਂ ਜ਼ਿਆਦਾ ਅੰਨਾ ਹਜ਼ਾਰੇ ਦੀ ਮੂਵਮੈਂਟ ਜਿਹੜੀ ਸੀਗੀ ਬੀਜੇਪੀ ਦੀ ਗਵਰਨਮੈਂਟ ਦਾ ਜਿਹੜਾ 2014 ਵਿੱਚ ਇਹਨੂੰ ਜਨਮ ਦੇਣ ਦੇ ਲਈ ਆਰਐਸਐਸ ਤੇ ਬੀਜੇਪੀ ਦੀ ਪ੍ਰਮੋਸ਼ਨਲ ਇੱਕ ਟੀਮ ਸੀਗੀ ਜਿਹੜੀ ਅੰਨਾ ਹਜ਼ਾਰੇ ਨੂੰ ਕਰ ਰਹੀ ਸੀਗੀ। ਔਰ ਇਹਦੇ ਵਿੱਚੋਂ ਕਿਹੜੇ ਨੇਤਾ ਨਿਕਲੇ? ਇਹਦੇ ਵਿੱਚੋਂ ਕੇਜਰੀਵਾਲ, ਅਰਵਿੰਦ ਕੇਜਰੀਵਾਲ ਨਿਕਲਿਆ, ਇਹਦੇ ਵਿੱਚੋਂ ਕਿਰਨ ਬੇਦੀ ਨਿਕਲੀ ਔਰ ਇਹਦੇ ਵਿੱਚੋਂ ਸਿਸੋਦੀਆ ਨਿਕਲਿਆ, ਮਨੀਸ਼ ਔਰ ਕਈ ਹੋਰ ਸੱਜਣ ਸਨ ਜਿਹੜੇ ਇਹ ਸਾਰੇ ਆਰਐਸਐਸ ABVP ਨਾਲ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨਾਲ ਕਿਸੇ ਨਾ ਕਿਸੇ ਤਰ੍ਹਾਂ ਸਿੱਧੇ ਜਾਂ ਸਿੱਧੇ ਢੰਗ ਤੇ ਜੁੜੇ ਹੋਏ ਸੀ। ਹੋਰ ਤਾਂ ਹੋਰ ਸਵਾਮੀ ਰਾਮਦੇਵ ਉਸ ਰਾਮਲੀਲਾ ਮੈਦਾਨ ਦੇ ਵਿੱਚ ਗਏ ਸਨ ਜਦੋਂ ਇਹਨਾਂ ਦੀ ਘਟਨਾ ਬੜੀ ਪ੍ਰਚਲਿਤ ਹੋਈ ਸੀ ਕਿ ਸਲਵਾਰ ਪਾ ਕੇ ਇਹਨਾਂ ਨੂੰ ਭੱਜਣਾ ਪੈ ਗਿਆ ਸੀ। ਇਹ ਸਾਰੀ ਨੋਟੰਕੀ ਜਿਹੜੀ ਹੈ ਇਹ ਬੀਜੇਪੀ ਦੀ ਪਲਾਂਟਡ ਨੋਟੰਕੀ ਸੀਗੀ ਕਿ 2014 ਵਿੱਚ ਅਸੀਂ ਹਰ ਸਾਮ ਦਾਮ ਦੰਦ ਭੇਦ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਇਸ ਜਿਹੜੀ ਹੈ ਸੱਤਾ ਦੇ ਉੱਤੇ ਹਿੰਦੁਸਤਾਨ ਦੇ ਉੱਤੇ ਕਾਬਜ ਹੋਣਾ ਔਰ ਇਸ ਨੂੰ ਵੇਚਣ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਅਸੀਂ ਕਰ ਦੇਣੀਆਂ। ਔਰ ਜਿਹੜੀ ਇਸ ਵੇਲੇ 2014 ਤੋਂ ਲੱਗ ਕੇ 2021 ਤੱਕ ਦੀ ਜਿੰਨੀ ਵੀ ਸਰਕਾਰ ਦੀ ਕਾਰਵਾਈ ਹੋਈ ਹੈ ਭਾਰਤ ਦੇ ਸੰਸਥਾਵਾਂ ਨੂੰ, ਸਰਕਾਰੀ ਅਦਾਰਿਆਂ ਨੂੰ ਵੇਚਣ ਦੀ ਹੋਈ ਹੈ। ਹੋਰ ਤਾਂ ਹੋਰ ਜਿਹੜੇ ਬੈਂਕਾਂ ਦੇ ਮਰਜਰ ਹੋ ਰਹੇ ਨੇ, ਸਟੇਟ ਬੈਂਕ ਆਫ ਇੰਡੀਆ ਦੇ ਜਿਵੇਂ ਸਟੇਟ ਬੈਂਕ ਆਫ ਬੀਕਾਨੇਰ, ਸਟੇਟ ਬੈਂਕ ਆਫ ਪਟਿਆਲਾ ਜਾਂ ਇਸ ਤਰ੍ਹਾਂ ਦੇ ਕਈ ਹੋਰ ਸਨ ਸਟੇਟ ਬੈਂਕ, ਉਹਨਾਂ ਸਾਰਿਆਂ ਦਾ ਮਰਜਰ ਕਰਕੇ ਇੱਕੋ ਹੀ ਸਟੇਟ ਬੈਂਕ ਆਫ ਇੰਡੀਆ ਬਣਾ ਦਿੱਤਾ ਗਿਆ ਤਾਂ ਕਿ ਇਹਨਾਂ ਨੂੰ ਆਪਣੇ ਯਾਰਾਂ ਦੀ ਕਿੱਟੀ ਦੇ ਵਿੱਚ ਪੈਸਾ ਲੁਟਾਉਣ ਦੀ ਆਸਾਨੀ ਹੋ ਸਕੇ। ਗਰੀਬ ਲੋਕਾਂ ਦਾ ਪੈਸਾ, ਮਿਡਲ ਕਲਾਸ ਦਾ ਪੈਸਾ ਔਰ ਹੋਰ ਤਾਂ ਹੋਰ ਕਿਸ ਹਿਸਾਬ ਨਾਲ ਇਹ ਪੈਸਾ ਲੁੱਟਿਆ ਜਾ ਸਕਦਾ ਹੈ। ਇਹਦੇ ਉੱਤੇ ਕਿਸ ਤਰ੍ਹਾਂ ਰਿਜ਼ਰਵ ਬੈਂਕ ਆਫ ਇੰਡੀਆ ਦਾ ਜਿਹੜਾ ਗਵਰਨਰ ਹੈ ਬਾਰ-ਬਾਰ ਬਦਲਿਆ ਗਿਆ, ਇਹ ਕਿਵੇਂ ਤੇ ਕਿਸ ਹਿਸਾਬ ਨਾਲ ਬਦਲਿਆ ਗਿਆ? ਕਿਉਂਕਿ ਉਹਨਾਂ ਦੀ ਸਹਿਮਤੀ ਨਹੀਂ ਸੀ ਸਮੇਂ ਦੀ ਸਰਕਾਰ ਨਾਲ, ਇਸ ਵਜ੍ਹਾ ਕਰਕੇ ਉਹਨਾਂ ਨੂੰ ਬਦਲ ਦਿੱਤਾ ਗਿਆ। ਅੰਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਸੀਗਾ ਉਹਦੇ ਵਿੱਚੋਂ ਜਦੋਂ ਮੈਂ ਕਹਿੰਦਾ ਕੇਜਰੀਵਾਲ, ਅਰਵਿੰਦ ਨਿਕਲੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਬਣਾਈ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਇੱਕ ਧਾਰਨਾ ਦੇ ਚੁੱਕੀ ਹੈ ਪੱਕੀ ਕਿ ਇਹ ਬੀਜੇਪੀ ਦੀ ਬੀ ਟੀਮ ਹੈ। ਔਰ ਇਸੇ ਤਰ੍ਹਾਂ ਜਿਹੜੀ ਹੈ ਅਕਾਲੀ ਦਲ ਦੀ ਜਿਹੜੀ ਸਾਂਝ ਪਿਆਲੀ ਬੀਜੇਪੀ ਟੀਮ ਨਾਲ ਚੱਲੀ ਸੀਗੀ 1997 ਤੋਂ ਜਿਹੜੀ ਟੁੱਟ ਗਈ, ਤੜਕ ਕਰਕੇ ਹੋ ਗਈ ਹੈ ਪਿਛਲੇ ਕੁਝ ਸਮੇਂ ਦੇ ਵਿੱਚ। ਉਹਦੇ ਵਿੱਚ ਵੀ ਜੇ ਦੇਖਿਆ ਜਾਏ ਤਾਂ ਅਕਾਲੀ ਦਲ ਦਾ ਜਿਹੜਾ ਰੋਲ ਹੈ ਉਹ ਇੱਕ ਬੜਾ ਨਿੰਦਣ ਵਾਲਾ ਹੈ। SGPC ਦੀ ਜ਼ਮੀਨ ਹੋਵੇ, SGPC ਦੇ ਗੁਰਦੁਆਰੇ ਦੀ ਮਲਕੀਅਤ ਹੋਵੇ ਜ਼ਮੀਨ ਔਰ ਉਹਦੇ ਉੱਤੇ ਚੱਲੇ ਸਕੂਲ RSS ਦਾ ਦਰੋਨਾਚਾਰੀਆ ਸਕੂਲ, ਔਰ ਚੱਲਿਆ ਕਿੱਥੇ ਹੈ? ਚੰਦੂ ਮਾਜਰਾ ਦੇ ਪਿੰਡ ਪਟਿਆਲਾ ਦੇ ਵਿੱਚ ਚੱਲਿਆ। ਔਰ ਚੰਦੂ ਮਾਜਰਾ ਇਸ ਦੇ ਉੱਤੇ ਬਿਲਕੁਲ ਚੁੱਪ ਨੇ। ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਇਹ ਪੁੱਛਿਆ ਜਾ ਸਕਦਾ ਆਸਾਨੀ ਨਾਲ ਵੀ ਜਨਾਬ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਹੈ ਔਰ ਇਹਦੇ ਉੱਤੇ ਜਿਹੜਾ ਦਰੋਨਾਚਾਰੀਆ ਸਕੂਲ ਜਿਹੜਾ RSS ਚਲਾ ਰਹੀ ਹੈ, ਇਹ ਜਿਹੜਾ ਸਮੀਕਰਨ ਜਿਹੜਾ ਲੋਕਾਂ ਦੇ ਹਿੱਤ ਵਿੱਚ ਲੋਕਾਂ ਦੇ ਸਨਮੁਖ ਰੱਖ ਦਿਓ ਤਾਂ ਕਿ ਤੁਹਾਡੀ ਨੀਅਤ ਦੇ ਉੱਤੇ ਸ਼ੱਕ ਨਾ ਹੋਵੇ। ਇੱਥੇ ਜੇ ਇਹ ਵੀ ਦੇਖਿਆ ਜਾਏ ਬੀਜੇਪੀ ਦੀ ਜਿਹੜੀ ਟੀਮ ਹੈ ਉਹ ਕਈ ਟੀਮਾਂ ਨੇ ਜਿਨ੍ਹਾਂ ਵਿੱਚ ਕੰਮ ਹੋ ਰਿਹਾ। ਉਹ ਜਿਹੜਾ ਪੈਸਾ ਨੋਟਬੰਦੀ ਦਾ ਜਿਹੜਾ ਉਹਦੀ ਵਰਤੋਂ ਕਿੱਥੇ ਹੋਈ ਹੈ ਉਹ ਤੁਹਾਨੂੰ ਦੱਸ ਦਿੰਦਾ ਮੈਂ। ਉਹਦੀ ਵਰਤੋਂ ਹੋਈ ਹੈ ਆਪਾਂ ਕਿਵੇਂ ਜਿਹੜੇ ਨੇ ਕਰਪਟ ਲੀਡਰ ਭਾਵੇਂ ਸਾਫ ਸੁਥਰੇ ਨੇ, ਇਮਾਨਦਾਰ ਨੇ, ਉਹ ਖਰੀਦਣੇ ਨੇ, ਵੇਚਣੇ ਨੇ, ਕਿਵੇਂ ਕਰਨਾ ਕੀ ਨਹੀਂ ਕਰਨਾ। ਤੁਸੀਂ ਦੇਖੋ ਸੁਬਿੰਦੂ ਅਧਿਕਾਰੀ ਨੇ ਵੈਸਟ ਬੰਗਾਲ ਦੀ ਜਦੋਂ ਇਲੈਕਸ਼ਨ ਹੋਈ ਹੈ ਤ੍ਰਿਣਮੂਲ ਕਾਂਗਰਸ ਪਾਰਟੀ ਵੱਲੋਂ ਛਾਲ ਮਾਰ ਕੇ ਬੀਜੇਪੀ ਜੁਆਇਨ ਕੀਤੀ ਔਰ ਉਹ ਦਾਅਵਾ ਕਰਦੇ ਸੀ ਨੰਦੀਗ੍ਰਾਮ ਤੋਂ 50,000 ਵੋਟਾਂ ਨਾਲ ਜਿੱਤ ਜਾਣਗੇ ਔਰ ਮਮਤਾ ਬੈਨਰਜੀ ਨੂੰ 50,000 ਵੋਟਾਂ ਨਾਲ ਹਰਾਣਗੇ, ਨਹੀਂ ਤੇ ਉਹ ਰਾਜਨੀਤੀ ਛੱਡ ਦੇਣਗੇ। ਕਿਹੋ ਜਿਹੀ ਬੇਸ਼ਰਮੀ ਦਾ ਆਲਮ ਹੋਇਆ
कि उन्होंने पहले ममता बनर्जी डिकलेयर कर दी भी नंदीग्राम तो जित गई है, और उस तो चंद मिनटां बाद ही जी रिपोर्ट आ रही सी वो रोक के ये डिकलेयर कर दिता कि शुभेंदु अधिकारी कुछ हज़ार वोटां नाल जित गए ने। 2000 का आंकड़ा सी शायद, जे मैं भुलदा नहीं था। शुभेंदु अधिकारी नूं मॉरल ग्राउंड के उत्ते ही अस्तीफा दे देना चाहिए सी, क्योंकि वो अपनी गल नूं पुगा नहीं सन सके। 50,000 का जिहड़ा वो अंतर दसते सन ममता बनर्जी नूं हराउण लई, क्योंकि वो पूरा नहीं कर सके। उन्होंने अपनी जिहड़ी है जान बचाने की खातर ईडी तो इनकम टैक्स तो जिमें जिमें ਜਿਹੜੀਆਂ भी विरोधी पार्टियां सन या विरोधी धिरां सन या विरोधी रीजनल पार्टियां ने या विरोधी नेता ने, उन्हां दे उत्ते जे वो गल मान लैंदे ने बीजेपी दी तां उन्हां दे उत्ते ईडी ते इनकम टैक्स दे छापे नहीं पैंदे, सीबीआई दे छापे नहीं पैंदे। जे वो नहीं मनदे तां फिर उन्हां दा हाल जिहड़ा सारी दुनिया के सामने है। ये चीज़ जिहड़ी है जगजार हो चुकी है, उजागर हो चुकी है। मायावती नूं भी उन्होंने अपनी टीम दे विच शामिल कर लिया कि उसने अज तक जदों दी भी कांशी राम जी ने बहुजन समाज पार्टी की नींह रखी है, उस नींह दे विच उन्होंने इन्ना बुरा हाल कर दिता भारती समाज दे विच दलितां दा, दलित वर्ग की जिहड़ी रिप्रजेंटेटिव मायावती जी ने, उन्होंने बहुजन समाज पार्टी दे किन्ने जिहड़े ने अधिकार खेतर उन्होंने उच्चा चुक्या, या किन्ना जिहड़ा अधिकार खेतर जिहड़ा डॉक्टर भीमराव अंबेडकर जी ने उन्हों का उच्चा चुक्या सी, उसनूं मेनटेन करने का यतन किया। मायावती जी नूं इस चीज़ नाल कोई सरोकार नहीं, वो भी एक बीजेपी की टीम बन चुके हैं। और तुसीं ये देखो अकाली दल बादल बीजेपी नाल सांझ प्याली तोड़ के बीएसपी नाल जोड़ रहा, वो भी तो बीजेपी की टीम है। अकाली दल नूं जिहड़ा खून का टीका लग चुका है, जिहड़ा एक नशे का टीका लग चुका है बीजेपी का, ਉਹਦੇ ਵਿੱਚੋਂ ਇਹ ਕਦੀ ਬਾਹਰ ਨਹੀਂ ਆ ਸਕਦੇ। ਇਸ ਦਾ ਕਾਰਨ ਸਾਫ਼ ਤੇ ਸਪਸ਼ਟ ਨਜ਼ਰ ਆ ਰਿਹਾ। ਅੱਜ ਜਿਹੜਾ 4 ਜੁਲਾਈ 1955 ਦਾ ਦਿਹਾੜਾ ਯਾਦ ਕਰੀਏ ਅਸੀਂ, ਇਸ ਦਿਨ ਦੇ ਵਿੱਚ ਹਾਂ ਦਾ ਨਾਰਾ ਜਿਹੜਾ ਕਿਸੇ ਨੇ ਨਹੀਂ ਮਾਰਿਆ, ਔਰ ਇੰਨੇ ਸਾਲਾਂ ਤੋਂ 66 ਸਾਲਾਂ ਤੋਂ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਇੱਕ ਪੰਥਕ ਕਹਿੰਦਾ ਹੋਇਆ ਤਰਜਮਾਨੀ ਕਰਦਾ ਇਸ ਚੀਜ਼ ਦੀ ਵੀ ਅਸੀਂ ਸਿੱਖਾਂ ਦੀ ਜਿਹੜੀ ਪੰਥਕ ਸਰਕਾਰ ਬਣਾਉਂਦੇ ਹਾਂ, ਪੰਥਕ ਪਾਰਟੀਆਂ सानू वोट दो, पंथ नूं वोट दो। और उन्होंने ये उत्ते कभी भी कोई भी समागम या कोई भी विशेष उपराले नहीं किए जिहदे नाल देश के लोगों के विच ये गल जावे कि ये जिहड़ियां रणनीतियां जो भी करते हैं ये लोग, ये सारे हिंदुस्तान की एकता ते अखंडता लई खतरा ने। अज देखो बेअदबियां बार बार हो रही ने, इन्हां बेअदबियां दे विच सुखबीर सिंह बादल ਦਾ ਜੇ ਰੋਲ ਦੇਖਿਆ ਜਾਏ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜੇ ਰੋਲ ਦੇਖਿਆ ਜਾਏ, ਸਾਬਕਾ ਮੁੱਖ ਮੰਤਰੀ ਸਾਹਿਬ ਦਾ ਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਦੇਖਿਆ ਜਾਏ, ਇਹਨਾਂ ਨੇ ਕੋਈ ਅਜਿਹੀ ਜਿਹੜੀ ਹੈ ਸਾਰਥਕ ਕਾਰਵਾਈ ਨਹੀਂ ਕੀਤੀ ਜਿਹਦੇ ਨਾਲ ਸਿੱਖ ਇਹ ਸਮਝਣ ਕਿ ਉਹਨਾਂ ਦੀ ਵੀ ਕੋਈ ਗੱਲ ਕਰਨ ਵਾਲਾ ਹੈ। ਇਹੋ ਜਿਹੀ ਗੱਲ ਜਿਹੜੀ ਹੈ ਮੁੱਖ ਧਾਰਾ ਨੂੰ ਬੜਾ ਵੱਡਾ ਧੱਕਾ ਲਾ ਰਹੀ ਹੈ, ਔਰ ਇਹ ਇੱਕ ਖਾਲਿਸਤਾਨ ਵੱਲ ਵੱਧਦਾ ਹੋਇਆ ਕਦਮ ਹੈ। ਅੱਜ ਜੇ ਇੱਥੇ ਦੇਖਿਆ ਜਾਏ ਕਸ਼ਮੀਰ ਜਿਹੜਾ ਉਹਦੇ ਵਿੱਚ ਧਿਆਨ ਸਿੰਘ ਤੇ ਲਾਲ ਸਿੰਘ ਡੋਗਰਾ ਸਨ, ਉਹਨਾਂ ਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਤੋੜਨ ਲਈ ਕੰਮ ਕੀਤਾ, ਉਹ ਸਾਜ਼ਿਸ਼ ਦਾ ਚਿੱਟਾ ਅੱਜ ਫੇਰ ਜਿਹੜਾ ਹਿੰਦੁਸਤਾਨ ਦੇ ਵਿੱਚ ਉਜਾਗਰ ਹੋ ਰਿਹਾ। ਔਰ ਟੁਕੜੇ ਟੁਕੜੇ ਗੈਂਗ ਵੱਲ ਜਿਹੜਾ ਇਸ਼ਾਰਾ ਬੀਜੇਪੀ ਸਰਕਾਰ ਜ਼ਰੂਰ ਕਰਦੀ ਹੈ, ਪਰ ਇਹ ਟੁਕੜੇ ਟੁਕੜੇ ਗੈਂਗ ਹੈਗਾ ਕੌਣ ਹੈ, ਇਹਨੂੰ ਇਹ ਦੇਖਣ ਦੀ ਗੱਲ ਹੈ, ਸੋਚਣ ਦੀ ਗੱਲ ਹੈ। केजरीवाल, मायावती और बादल अकाली दल और जेड़े हैगे ने अपना स्वामी रामदेव, ये बीजेपी दे ही एक जे ये कहा जाए कि एक बी टीम का एक हिस्सा ने, तो ये कोई गलत गल नहीं। तुसीं ये देखो अज स्वामी रामदेव रुचि सोया का जोड़ा 314 करोड़ का प्रॉफिट जोड़ा वो 2100 रुपए का प्रीमियम जिहड़ा अपना शेयर मंग रहा, वो उत्ते प्रीमियम मंग रहा, और उन्होंने डॉकूमेंट सबमिट किया सेबी नूं। ये एक तजारत नहीं तो होर की है। स्वामी रामदेव एक पासे कहते हैं बई नो प्रॉफिट नो लॉस, और जे उन्होंने अंकड़े देखे जान तो कई हज़ार करोड़ जिहड़े ने वो अंकड़े वध चुके हैं, और वो सिर्फ एक ही चीज़ चाहते हैं, मैं अंबानिया ते अडानिया की लाइन च लगा होया। तुसीं ये देखो
ਮੈਨੂੰ ਕਈ ਵਾਰੀ ਸ਼ੱਕ ਹੁੰਦਾ ਸੀ ਕਿ ਜਦੋਂ स्वामी रामदेव ਨੂੰ ਹੀ ਹਰ ਚੈਨਲ ਤੇ ਦਿਖਾਇਆ ਜਾਂਦਾ ਸੀ ਔਰ ਅੱਜ ਤੱਕ ਦਿਖਾਇਆ ਜਾ ਰਿਹਾ, ਜਿਹਦੇ ਵਿੱਚ ਉਹਨਾਂ ਦੇ ਪ੍ਰੋਡਕਟਸ ਦੀ ਪ੍ਰਮੋਸ਼ਨ ਕੀਤੀ ਜਾ ਰਹੀ ਹੈ ਜਿਹੜੇ ਕਿ ਬੜੇ ਘਟੀਆ ਔਰ ਨਖਿੱਧ ਸਾਬਤ ਹੋ ਰਹੇ ਨੇ। ਔਰ ਈਵਨ ਉਹਨਾਂ ਨੇ ਜਿਹੜੇ ਸਾਡੇ ਮਾਨਯੋਗ ਡਾਕਟਰ ਨੇ ਜਿਹੜੇ ਪੜ੍ਹੇ ਲਿਖੇ ਨੇ, MBBS MD MS ਦੀਆਂ ਡਿਗਰੀਆਂ ਕਰਕੇ ਆਏ ਨੇ, ਆਪਣੇ 15-16 ਸਾਲ ਦੀ ਪੜ੍ਹਾਈ ਕਰਨ ਤੋਂ ਬਾਅਦ ਉੱਚ ਕੋਟੀ ਦੇ ਡਾਕਟਰ ਬਣਦੇ ਨੇ, ਉਹਨਾਂ ਨਾਲ स्वामी रामदेव जी ने भी ਜਿਹੜਾ ਤਕਰਾਰ ਜਿਹੜਾ ਉਹਦਾ ਰਸਤਾ ਅਪਣਾਇਆ। ਤੁਸੀਂ ਇਹ ਦੇਖਦੇ ਜਾਓ। अन्ना हजारे जी ने ਜਿਹੜਾ ਅੰਦੋਲਨ ਕੀਤਾ ਸੀ, ਉਹ ਅੰਦੋਲਨ ਉਸ ਤੋਂ ਬਾਅਦ ਚੁੱਪ ਕਿਉਂ ਹੋਏ? ਇਸ਼ਾਰਾ ਕਿਹਦਾ ਹੋਇਆ? BJP ਦਾ ਤੇ RSS ਦਾ, ਜਿਨ੍ਹਾਂ ਨੇ ਇਹ ਅੰਦੋਲਨ ਸ਼ੁਰੂ ਕਰਾਇਆ ਸੀ। ਉਹਨਾਂ ਨੂੰ ਸੱਤਾ ਚਾਹੀਦੀ ਸੀ, 2014 ਵਿੱਚ ਉਹਨਾਂ ਨੂੰ ਸੱਤਾ ਮਿਲ ਗਈ ਔਰ ਉਹ ਸੱਤਾ ਮਿਲਣ ਤੋਂ ਬਾਅਦ ਉਹਨਾਂ ਨੇ ਬਿਲਕੁਲ ਵੀ अन्ना हजारे जी ने कोई ऐसा कदम नहीं उठाया, लोकपाल बिल बारे कोई गल नहीं की। स्वामी रामदेव बार बार कहते सी 100 दिन ਦੇ ਵਿੱਚ ਜੇ ਕਾਲਾ ਧਨ ਵਿਦੇਸ਼ਾਂ ਤੋਂ ਇੱਥੇ ਨਹੀਂ ਆਇਆ ਤਾਂ ਸ਼ਾਇਦ ਇਸ ਸਰਕਾਰ ਨੂੰ ਜਾਣਾ ਪਏਗਾ। ਉਹ ਸ਼ਾਇਦ ਵਾਲੀ ਗੱਲ ਤਾਂ ਕੀ ਰਹੀ, स्वामी रामदेव ਅਗਿਆਤਵਾਸ ਹੋ ਗਏ ਔਰ ਸਿਰਫ ਉਹ ਚੈਨਲ ਤੇ ਹੀ ਪ੍ਰਗਟ ਹੁੰਦੇ ਸਨ। ਉਹ ਚੈਨਲਾਂ ਦੇ ਵਿੱਚ ਮੈਂ ਇੱਕ ਗੱਲ ਕਰ ਰਿਹਾ ਸਾਂ ਵੀ ਜਦੋਂ ਉਹ ਚੈਨਲਾਂ ਦੇ ਵਿੱਚ ਪ੍ਰਗਟ ਹੋਣੇ ਸ਼ੁਰੂ ਹੋ ਗਏ ਸੀ ਤਾਂ ਇਹ ਇੱਕ BJP ਔਰ RSS ਦੀ ਪਲੈਨਿੰਗ ਸੀ ਕਿ ਹਿੰਦੁਸਤਾਨ ਦੀ ਭੋਲੀ ਭਾਲੀ ਜਨਤਾ ਨੂੰ ਕਿਵੇਂ ਤੇ ਕਿਸ ਹਿਸਾਬ ਨਾਲ ਅਸੀਂ ਬੇਵਕੂਫ ਬਣਾ ਸਕਦੇ ਹਾਂ ਔਰ ਇਹਨਾਂ ਦੇ ਉੱਤੇ ਕਿਵੇਂ ਰਾਜ ਕਰ ਸਕਦੇ ਹਾਂ। ਤੁਸੀਂ ਜਿਹੜੇ ਵੀ ਰਾਜਨੀਤੀਵਾਨ ਹੋ, ਸੂਝਵਾਨ ਹੋ, ਦੇਸ਼ ਦੇ ਹਿੱਤ ਦੀ ਪੀੜ ਕਰਨ ਵਾਲੇ ਹੋ, ਸਾਰਾ ਕੁਝ ਹੈ, ਉਹਨਾਂ ਦੇ ਬਾਰੇ ਤੁਸੀਂ ਇਹ ਗੱਲ ਕਹੋ, ਸੋਚੋ, ਵਿਚਾਰੋ ਕਿ ਉਹਨਾਂ ਉੱਤੇ UAPA ਜਿਹੜਾ ਭਾਰਤ ਸਰਕਾਰ ਲਾ ਦਿੰਦੀ ਹੈ ਉਹ ਕਿੱਥੋਂ ਤੱਕ ਜਾਇਜ਼ ਹੈ? ਕੀ ਉਹਨਾਂ ਨੂੰ ਬੋਲਣ ਦਾ ਅਧਿਕਾਰ ਨਹੀਂ? ਕੀ ਉਹਨਾਂ ਦੀ ਆਜ਼ਾਦੀ ਨਹੀਂ ਖੋਈ ਜਾ ਰਹੀ? ਅੱਜ ਤੁਸੀਂ ਦੇਖੋ ਗੁਰਦੁਆਰਾ ਸਾਹਿਬਾਨ ਦੀਆਂ ਬੇਅਦਬੀਆਂ ਹੋ ਰਹੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਔਰ ਇਸ ਕਾਂਗਰਸ ਰਾਜ ਦੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਰਾਜ ਵਿੱਚ ਵੀ ਬੇਅਦਬੀਆਂ ਹੋਈਆਂ। ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਮਾਈ ਬਾਪ ਦਾ ਦਰਜਾ ਰੱਖਦੇ ਨੇ, ਇੱਕ ਬਾਪ ਦਾ ਦਰਜਾ ਰੱਖਦੇ ਨੇ। ਜੇ ਕੋਈ ਇੱਕ ਬਾਪ ਜਿਹੜਾ ਕਿਸੇ ਵੀ ਤਰ੍ਹਾਂ ਕਿਸੇ ਦੇ ਹੱਥੋਂ ਬੇਇੱਜ਼ਤ ਹੋ ਜਾਵੇ ਤਾਂ ਉਹਦੇ ਉੱਤੇ ਜਿਹੜਾ ਉਹ ਜਿਹੜੇ ਬੱਚੇ ਨੇ ਉਹਨਾਂ ਦੇ ਜਾਂ ਸਭ ਕੁਛ ਹੈ ਉਹਨਾਂ ਦਾ ਰੋਸ ਪ੍ਰਤੀਕਰਮ ਕਿਸੇ ਨਾ ਕਿਸੇ ਤਰ੍ਹਾਂ ਦਾ ਆਏਗਾ। ਲੇਕਿਨ ਬਾਦਲ ਸਰਕਾਰ ਨੇ ਔਰ ਸੁਖਬੀਰ ਸਿੰਘ ਬਾਦਲ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਔਰ ਬਿਕਰਮਜੀਤ ਸਿੰਘ ਮਜੀਠੀਆ ਨੇ ਔਰ ਇਸੇ ਤਰ੍ਹਾਂ ਜਿਹੜੇ ਹੋਰ ਵੀ ਕਈ ਸੀਨੀਅਰ ਅਕਾਲੀ ਲੀਡਰ ਨੇ, ਕਿਸੇ ਨੇ ਉੱਥੇ ਜਾ ਕੇ ਇਹ ਕੰਮ ਨਹੀਂ ਕੀਤਾ। ਇਹ ਸਿੱਧਾ ਇਸ਼ਾਰਾ ਇਹ ਕਰਦਾ ਹੈ ਬਈ ਜੇ ਉਹਨਾਂ ਨੇ ਉੱਥੇ ਜਾ ਕੇ ਕੋਈ ਵਿਜ਼ਿਟ ਨਹੀਂ ਕੀਤੀ ਜਾਂ ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ ਤਾਂ ਸ਼ੱਕ ਦੀ ਸੂਈ ਜਿਹੜੀ ਹੈ ਸਿੱਧੀ ਇਹਨਾਂ ਦੇ ਉੱਤੇ ਹੀ ਜਾਂਦੀ ਹੈ ਔਰ ਇਹ ਲੋਕ ਹੀ ਜਿਹੜੇ ਨੇ ਖਾਲਿਸਤਾਨ ਵੱਲ ਜਿਹੜਾ ਕਦਮ ਵਧਾ ਰਹੇ ਨੇ ਔਰ ਇਹ ਖਾਲਿਸਤਾਨ ਦੀ ਸਥਾਪਤੀ ਵੱਲ ਇੱਕ ਮੀਲ ਪੱਥਰ ਸਾਬਤ ਹੋ ਰਿਹਾ। ਇੱਥੇ ਦੱਸਣਾ ਜ਼ਰੂਰੀ ਹੈ, ਜਿਹਦੀ ਮੈਂ ਦਿਲੋਂ ਗੱਲ ਕਰਨਾ ਚਾਹੁੰਦਾ, ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਜਿਹੜੀਆਂ ਇਹੋ ਜਿਹੀਆਂ ਕੁਝੀਆਂ ਸਾਜ਼ਿਸ਼ਾਂ ਨੇ, ਜੇ ਕੋਈ ਵੀ ਰਾਜਨੀਤੀਵਾਨ ਨੇਤਾ ਜਾਂ ਕੋਈ ਵੀ ਸਰਕਾਰ ਦਾ ਕਿਸੇ ਤਰ੍ਹਾਂ ਵੀ ਮੰਤਰੀ ਜਾਂ ਸੰਤਰੀ ਕੋਈ ਵੀ ਹੈ, ਜੇ ਉਹ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਤਾਂ ਉਹਦੇ ਉੱਤੇ ਵੀ UAPA ਲਗਾਇਆ ਜਾਵੇ, ਉਸ ਦੀ ਵੀ ਆਜ਼ਾਦੀ ਤੇ ਅੰਕੁਸ਼ ਲਗਾਇਆ ਜਾਵੇ। ਇਹ ਆਮ ਲੋਕਾਂ ਦੇ ਉੱਤੇ ਕਿਉਂ ਹੈ? ਸੋਸ਼ਲ ਮੀਡੀਆ ਤੇ ਜੇ ਕੋਈ ਗੱਲ ਆ ਜਾਵੇ ਤਾਂ ਉਹਦੇ ਉੱਤੇ ਜਿੱਥੋਂ ਵੀ ਗੱਲ ਹੁੰਦੀ ਹੈ ਲੋਕਾਂ ਨੂੰ 2-2 ਸਾਲ ਲਈ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ। ਇੰਦਰਾ ਗਾਂਧੀ ਨੇ ਤੇ 1975 ਦੇ ਵਿੱਚ ਡਿਕਲੇਅਰਡ ਐਮਰਜੈਂਸੀ ਲਗਾਈ ਸੀਗੀ ਔਰ ਉਹਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਸੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ। ਇੱਥੇ ਤੁਹਾਨੂੰ ਖੁਦ ਨੂੰ ਪਤਾ ਨਹੀਂ ਹੁੰਦਾ ਕਿ ਇੱਥੇ ਐਮਰਜੈਂਸੀ ਤਾਂ ਲੱਗ ਚੁੱਕੀ ਹੈ 2014 ਦੀ ਹੋਈ, ਲੇਕਿਨ ਅੱਜ ਤੱਕ ਇਹ ਐਮਰਜੈਂਸੀ ਡਿਕਲੇਅਰ ਨਹੀਂ ਹੋਈ। ਜਦੋਂ ਬੁੱਧੀਜੀਵੀ ਬਾਰ-ਬਾਰ ਇਹ ਗੱਲ ਕਰਦੇ ਹਨ, ਚਿੰਤਕ ਬਾਰ-ਬਾਰ ਇਹ ਗੱਲ ਕਰਦੇ ਹਨ ਔਰ ਵੱਖਰੇ ਧਰਮਾਂ ਦੇ ਵੱਖਰੇ ਦੇਸ਼ ਤੇ ਖਿੱਤੇ ਦੇ ਵਿੱਚੋਂ ਇਹ ਗੱਲ ਆਵਾਜ਼ ਉੱਠਦੀ ਹੈ ਤਾਂ ਉਹਨਾਂ ਨੂੰ ਚੁੱਕ ਕੇ ਜੇਲ੍ਹ ਵਿੱਚ ਡੱਕ ਦਿੱਤਾ ਜਾਂਦਾ। ਇਹ ਕਿਹੋ ਜਿਹੀ ਜਿਹੜੀ ਹੈ ਸੰਵਿਧਾਨਕ ਪਰੰਪਰਾ ਜਿਹੜੀ ਕਿ ਸਾਨੂੰ ਇਹ ਦੱਸਦੀ ਹੈ, ਇਹ ਕਹਿਣ ਨੂੰ ਮਜਬੂਰ ਕਰਦੀ ਹੈ ਕਿ ਸਾਨੂੰ ਬੋਲਣ ਦੀ ਆਜ਼ਾਦੀ ਹੈ। ਇਹਦੇ ਵਿੱਚ ਦੇਖਿਆ ਜਾਏ ਹੈਲਦੀ ਕ੍ਰਿਟਿਸਿਜ਼ਮ ਜਿਹੜਾ ਹੁੰਦਾ ਉਹ ਹਮੇਸ਼ਾ ਸਰਕਾਰ ਨੂੰ ਸਹੀ ਰਾਹਾਂ ਤੇ ਪਾਉਂਦਾ ਔਰ ਇਹ ਸਰਕਾਰ ਜਿਹੜੀ ਹੈ ਅੱਖਾਂ ਬੰਦ ਕਰਕੇ ਕੰਨ ਬੰਦ ਕਰਕੇ
ਤੁਰੀ ਫਿਰਦੀ ਹੈ ਔਰ ਅੱਖਾਂ ਤੇ ਕੰਨ ਬੰਦ ਕਰਕੇ ਸਰਕਾਰ ਤੁਰੀ ਫਿਰਦੀ ਹੈ ਤੇ ਜ਼ੁਬਾਨ ਤੁਹਾਡੀ ਬੰਦ ਕਰਨੀ ਚਾਹੁੰਦੀ ਹੈ। ਔਰ ਕਿਉਂਕਿ ਇਹਨਾਂ ਨੂੰ ਜਿਹੜੀ ਤੁਹਾਡੀ ਸੱਚੀ ਗੱਲ ਹੈ ਦੇਸ਼ ਦੀ ਏਕਤਾ ਤੇ ਅਖੰਡਤਾ ਦੀ, ਉਹਦੇ ਤੋਂ ਇਹ ਕਿਸੇ ਤਰ੍ਹਾਂ ਵੀ ਨਾਲ ਨਹੀਂ ਚੱਲਣਾ ਚਾਹੁੰਦੇ। ਉਸ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਟਾਲਣ ਦਾ ਇਹੀ ਯਤਨ ਕਰ ਰਹੇ ਨੇ। ਜਿਹੜੇ ਹੈਲਦੀ ਕ੍ਰਿਟਿਸਿਜ਼ਮ ਕਰਦੇ ਨੇ ਉਹ ਕਦੀ ਵੀ ਨਹੀਂ ਕਰਦੇ। ਅੱਜ ਦੇਖੋ ਦੇਸ਼ ਦਾ ਪੈਸਾ ਕਿੰਨਾ ਵਿਦੇਸ਼ਾਂ ਹੀ ਜਾ ਰਿਹਾ। ਅਫਗਾਨਿਸਤਾਨ ਦੇ ਵਿੱਚ ਜੇ ਗੱਲ ਕਰੀਏ 3 ਅਰਬ ਡਾਲਰ ਰੁਪਇਆ, 3 ਅਰਬ ਡਾਲਰ ਹਿੰਦੁਸਤਾਨ ਦੀ ਕਰੰਸੀ ਜਿਹੜੀ ਹੈ ਅਫਗਾਨਿਸਤਾਨ ਦੇ ਵਿੱਚ ਲੱਗੀ ਹੈ। 3 ਅਰਬ ਡਾਲਰ ਜੇ ਇਹ ਲਾਇਆ ਜਾਂਦਾ ਆਪਣੇ ਦੇਸ਼ ਦੇ ਵਿਕਾਸ ਲਈ, ਸਾਰਾ ਕੁਝ ਦੇ ਵਿੱਚ ਅਸੀਂ ਚੀਨ ਤੋਂ ਅੱਗੇ ਲੰਘ ਸਕਦੇ ਸੀ। ਚੀਨ ਆਬਾਦੀ ਦੇ ਪੱਖੋਂ ਸਾਡੇ ਤੋਂ ਅੱਗੇ ਹੈ, ਪੈਸੇ ਦੇ ਪੱਖੋਂ ਸਾਡੇ ਤੋਂ ਅੱਗੇ ਹੈ, ਟੈਕਨੋਲੋਜੀ ਦੇ ਪੱਖੋਂ ਸਾਡੇ ਤੋਂ ਅੱਗੇ ਹੈ। ਇਸ ਵੇਲੇ ਉਹ ਸਾਰੀ ਦੁਨੀਆ ਨੂੰ ਅੱਖਾਂ ਵਿਖਾ ਰਿਹਾ ਤੇ ਸਾਡੇ ਜਿਹੜੇ 56 ਇੰਚ ਦਾ ਸੀਨਾ ਲੈ ਕੇ ਮੋਦੀ ਸਾਹਿਬ ਤੁਰੇ ਫਿਰਦੇ ਨੇ, ਉਹ ਇਹੋ ਜਿਹੇ ਵਿਚਾਰ ਕਿਉਂ ਨਹੀਂ ਦਿੰਦੇ ਦੇਸ਼ ਨੂੰ? ਜਿਹੜਾ ਇੰਟੈਲੀਜੈਂਸੀਆ ਵਿਦੇਸ਼ਾਂ ਵਿੱਚ ਜਾ ਰਿਹਾ, ਬਾਰ-ਬਾਰ ਜਾ ਰਿਹਾ, ਛੱਡ ਕੇ ਜਾ ਰਿਹਾ, ਜ਼ਮੀਨਾਂ ਜਾਇਦਾਦਾਂ ਵੇਚ ਕੇ ਜਾ ਰਹੇ ਨੇ, ਦੇਸ਼ ਦਾ ਪੈਸਾ ਬਾਹਰ ਜਾ ਰਿਹਾ। ਇਹ ਦੇਸ਼ ਹਿੱਤ 'ਚ ਕਿਉਂ ਨਹੀਂ ਲੱਗ ਰਿਹਾ? ਇਹਦੇ ਉੱਤੇ ਕਦੀ ਮੋਦੀ ਜੀ ਨੇ ਮਨ ਦੀ ਬਾਤ ਜਿਹੜੀ ਹੈ ਇਹ ਨਹੀਂ ਕੀਤੀ। ਮਨ ਦੀ ਬਾਤ ਦੇਸ਼ ਨੂੰ ਉਸਾਰੂ ਕਰਨ ਲਈ ਹੋਣੀ ਚਾਹੀਦੀ ਹੈ। ਅੱਜ ਬਿਜਲੀ ਦੇ ਅਣਐਲਾਨੇ ਕੱਟ ਲੱਗ ਰਹੇ ਨੇ ਔਰ ਪੰਜਾਬ ਸਰਕਾਰ ਦੀ ਬਰਕਤ ਦੇਖੋ ਤੇ ਕਰਤੱਵ ਵੀ ਦੇਖੋ, ਜਿਹਦੇ ਵਿੱਚ ਮੀਟਰ ਬਿਨਾਂ ਤਾਰਾਂ ਦੇ ਚੱਲਦਾ ਪਿਆ। ਇਹ ਵੀਡੀਓ ਵਾਇਰਲ ਵੀ ਹੋਈ ਹੈ ਔਰ ਉਹ ਵੀਡੀਓ ਜਦੋਂ ਵਾਇਰਲ ਹੋਈ ਹੈ ਤੁਸੀਂ ਉਹਦੇ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਵੀਡੀਓ ਵਾਇਰਲ ਹੋਈ ਹੈ ਤੇ ਮੀਟਰ ਜਿਹੜਾ ਉਹ ਬਿਨਾਂ ਤਾਰਾਂ ਦੇ ਚੱਲਦਾ ਪਿਆ ਹੈ ਤੇ ਉਹਦੀ ਰੀਡਿੰਗ ਵੀ ਅੱਗੇ ਵੱਧਦੀ ਪਈ ਹੈ। ਇਹ ਕਿੱਡੀ ਵੱਡੀ ਪ੍ਰਾਪਤੀ ਹੈ ਕੈਪਟਨ ਸਰਕਾਰ ਦੀ, ਜਿਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇੱਥੇ ਮੈਂ ਇਹ ਕਹਿਣਾ ਜ਼ਰੂਰੀ ਸਮਝਦਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ, ਭਾਵੇਂ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਹੈ, ਭਾਵੇਂ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਹੈ, ਭਾਵੇਂ ਇਹ ਜਿਹੜੀ ਹੈ ਕਿਸੇ ਵੀ ਤਰ੍ਹਾਂ ਸਵਾਮੀ ਰਾਮਦੇਵ ਹੈ, ਇਹ ਸਾਰੀਆਂ ਸਾਜ਼ਿਸ਼ਾਂ ਦਾ ਹਿੱਸਾ ਬਣ ਚੁੱਕੇ ਨੇ। ਇਹ ਪਹਾੜਾ ਸਿੰਘ ਜਿਹੜੇ ਨੇ, ਸ਼ਾਹ ਮੁਹੰਮਦ ਦੇ ਵਿੱਚ ਜ਼ਿਕਰਨਾਮਾ ਆਉਂਦਾ ਹੈ, ਉਹਦੇ ਵਿੱਚ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚ ਆਉਂਦਾ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਸਿੰਘਾਂ ਨਾਲ ਸੀ ਉਹਦੀ ਗੈਰਸਾਲੀ, ਉਹ ਤਾਂ ਭੱਜ ਕੇ ਲਾਟ ਨੂੰ ਜਾਏ ਮਿਲਿਆ, ਗੱਲ ਜਾਏ ਦੱਸੀ ਸਾਰੀ ਭੇਤ ਵਾਲੀ। ਇਹ ਸਾਰੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਕਿ ਘਰ ਦਾ ਭੇਤੀ ਲੰਕਾ ਠਾਏ। ਇਹ ਦੇਸ਼ ਦੀ ਕੋਈ ਸੇਵਾ ਨਹੀਂ ਕਰ ਰਹੇ, ਇਹ ਕਿਸੇ ਤਰ੍ਹਾਂ ਵੀ ਦੇਸ਼ ਦੀ ਸੇਵਾ ਨਹੀਂ ਹੋ ਰਹੀ, ਨਾ ਇਹ ਹੋਣੀ ਹੈ। ਇਹ ਅੱਜ ਨਹੀਂ ਕੱਲ ਨਹੀਂ ਪਰਸੋਂ ਇਹ ਆਪਣੇ ਮਫਾਦ, ਆਪਣੇ ਸਵਾਰਥ, ਆਪਣਾ ਆਪਾ ਲੈ ਕੇ ਫਟਾਫਟ ਬੀਜੇਪੀ ਦੇ ਵਿੱਚ ਚੱਲ ਜਾਣਗੇ ਔਰ ਕੇਜਰੀਵਾਲ ਸਾਹਿਬ ਆਮ ਆਦਮੀ ਪਾਰਟੀ ਨੂੰ ਖਤਮ ਕਰ ਸਕਦੇ ਨੇ। ਇਹਦੇ ਵਿੱਚ ਜੋ ਮੇਰਾ ਚਿੰਤਨ ਸੀਗਾ, ਜੋ ਮੇਰੀ ਇੱਕ ਮਗਜ਼ਪੱਤੀ ਜਾਂ ਮੱਥਾਪੱਤੀ ਆ ਰਹੀ ਸੀਗੀ, ਵਿਚਾਰ ਆ ਰਹੇ ਸੀ, ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਉੱਠੋ, ਖੜੇ ਹੋਵੋ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਇਸ ਵੇਲੇ ਤੁਹਾਡੇ ਹੱਥ ਵਿੱਚ ਹੈ। ਇਸ ਨੂੰ ਬਚਾਓ ਔਰ ਇਹਨਾਂ ਦੇ ਉੱਤੇ ਜਿਹੜੇ ਆ ਤੁਸੀਂ ਦੇਖੋ ਅੱਜ ਵਿਦੇਸ਼ਾਂ ਦੇ ਵਿੱਚ ਜੇ ਕੋਈ ਸਾਇੰਟਿਸਟ ਟੌਪ ਦਾ ਹੁੰਦਾ ਹੈ, ਉਹ ਕਿਸੇ ਤਰ੍ਹਾਂ ਵੀ ਕੁਤਾਹੀ ਕਰਦਾ ਫੜਿਆ ਜਾਵੇ। ਜਿਵੇਂ ਇੱਕ ਅਮਰੀਕਾ ਦੇ ਵਿੱਚ ਇੰਡੀਅਨ ਓਰੀਜਨ ਦਾ ਇੱਕ ਟੌਪ ਦਾ ਸਾਇੰਟਿਸਟ ਸੀ, ਉਹਦੇ ਅਗੇਂਸਟ ਐਵੀਡੈਂਸ ਆ ਗਿਆ ਕਿ ਉਹਨੇ ਦੇਸ਼ ਦੇ ਨਾਲ, ਅਮਰੀਕਾ ਦੇ ਨਾਲ ਉਹਨੇ ਕਿਸੇ ਵੀ ਤਰ੍ਹਾਂ ਉਹਨੇ ਕੋਈ ਜਿਹੜੀ ਹੈ ਵਫਾਦਾਰੀ ਨਹੀਂ ਨਿਭਾਈ, ਤਾਂ ਉਹਨਾਂ ਨੇ ਉਹਨੂੰ 5 ਸਾਲ ਦੀ ਸਜ਼ਾ ਕਰ ਦਿੱਤੀ ਹੈ। ਸਾਡੇ ਦੇਸ਼ ਦੇ ਵਿੱਚ ਐਵੀਡੈਂਸ ਸਾਹਮਣੇ ਆਈ ਰਫੇਲ ਦੇ ਵਿੱਚ, ਔਰ ਰਫੇਲ ਦੇ ਵਿੱਚ ਸਾਹਮਣੇ ਆਈ ਹੈ ਫਰਾਂਸ ਦੇ ਜਿਹੜੇ ਜੱਜ ਨੇ ਉਹਨਾਂ ਨੇ ਇਹਦਾ ਸੰਗਿਆਨ ਲਿਆ ਔਰ ਸਾਡੇ ਚੀਫ ਜਸਟਿਸ ਆਫ ਇੰਡੀਆ ਰਾਜਨ ਗਗੋਈ ਸਾਹਿਬ ਇਹ ਕਹਿੰਦੇ ਨੇ ਇਸ ਫਾਈਲ ਨੂੰ ਖੋਲ੍ਹਣ ਦੀ ਜ਼ਰੂਰਤ ਨਹੀਂ, ਇਹ ਬੰਦ ਕਰ ਦਿਓ ਇਸ ਫਾਈਲ ਨੂੰ। ਔਰ ਉਹਦੇ ਏਵਜ ਵਿੱਚ ਉਹਨਾਂ ਨੂੰ ਇੱਕ ਟੁਕੜਾ ਮਿਲਿਆ, ਰਾਜ ਸਭਾ ਦੀ ਜਿਹੜੀ ਮੈਂਬਰੀ ਹੈ ਉਹ ਮਿਲੀ ਹੈ। ਲਾਹਨਤ ਹੈ ਇਹੋ ਜਿਹੇ ਚੀਫ ਜਸਟਿਸ ਆਫ ਇੰਡੀਆ ਦੇ ਉੱਤੇ ਜਿਹਨੇ ਇਹਦੇ ਚੰਦ ਟੁਕੜਿਆਂ ਦੇ ਪਿੱਛੇ ਆਪਣੇ ਦੇਸ਼ ਨਾਲ ਵਫਾਦਾਰੀ ਨਹੀਂ ਕੀਤੀ। ਉਹਨੂੰ ਰਾਜ ਸਭਾ ਦੀ ਮੈਂਬਰੀ ਮਿਲਣ ਦੀ ਬਜਾਏ 20 ਸਾਲ ਲਈ ਜੇਲ੍ਹ ਵਿੱਚ ਸੁੱਟਣਾ ਚਾਹੀਦਾ ਸੀ। ਇਹਦਾ ਨਿਆਂ ਹੈ। ਜੇ ਇੱਕ ਵਿਦੇਸ਼ਾਂ ਦੇ ਵਿੱਚ ਕੋਈ ਵੀ ਪੁਲਿਸ ਵਾਲਾ ਕਿਸੇ ਤਰ੍ਹਾਂ ਵੀ ਦੇਸ਼ ਦੀ ਵਫਾਦਾਰੀ ਨਹੀਂ ਕਰਦਾ ਤਾਂ ਉਹਨੂੰ ਵੀ ਸਜ਼ਾ ਹੁੰਦੀ ਹੈ। ਇਹ ਸਾਰੀਆਂ ਖਬਰਾਂ ਤੁਸੀਂ ਪੜ੍ਹਦੇ ਰਹਿੰਦੇ ਹੋ। ਇਹ ਸਾਰੀਆਂ ਚੀਜ਼ਾਂ ਤੋਂ ਬਚਣ ਲਈ ਬਹੁਤ ਜ਼ਰੂਰੀ ਹੈ ਔਰ ਜੇ ਤੁਸੀਂ ਇਹ ਤੋਂ ਨਹੀਂ ਬਚਦੇ ਤਾਂ ਫਿਰ ਦੇਸ਼ ਦੇ ਟੁਕੜੇ ਹੋਣੇ ਹੀ ਹੈ ਤੇ ਇਹ ਇੱਕ ਖਾਲਿਸਤਾਨ ਵੱਲ ਵੱਧਦਾ ਕਦਮ ਹੈ। ਇਸ ਤੋਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਇਹ ਕਹਾਂਗਾ, ਵੀਡੀਓ ਚੰਗੀ ਲੱਗੀ ਹੈ ਮੇਰੇ ਨਾਲ ਸਾਂਝੀ ਕਰਿਓ, ਆਪਣੀ ਵਿਚਾਰ ਸਾਂਝੀ ਕਰਿਓ, ਆਪਣੇ ਵਿਚਾਰ ਦੱਸਿਓ, ਲਾਈਕ ਕਰਿਓ, ਇਸ ਨੂੰ ਸਬਸਕ੍ਰਾਈਬ ਕਰਿਓ, ਇਸ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਇਸ ਨੂੰ। ਔਰ
ਤੁਹਾਡਾ ਰੱਬ ਰਾਖਾ। ਚੱਲਦਾ।